डॉक्टर गुरविंदर समरा सोशल मीडिया के उत्ते तुसीं बहुत सारिया तस्वीरां तख्त श्री पटना साहिब तो देखिया होणगियां। अलग अलग समय के उत्ते अलग अलग वड्डियां सेवावां जिहड़ियां ने इन्हां दी वल्लों गुरु घरां दे विच निभाईयां जांदियां ने। तां इस वार भी 5 करोड़ रुपए तक की सेवा जिहड़ी है इन्हां दे वल्लों तख्त श्री पटना साहिब विखे निभाई गई है वख-वख रूपां दे विच। इस वार किस तरीके की सेवा निभाई है, बहुत चर्चा हो रही है उसकी। हजूर साहब कलगी गई है तो हार गया है, करीब वो 4 किलो सोना लगा है और 6000 वो हीरे ने, 3000 पन्ना है और 800 नीलम है और पुखराज है। ये सारिया चीज़ां लगियां हुई ने। जेकर कोई इंसान कहे कि वो बड़ा दानी है या कुछ है तो मेरे तो पल्ले कुछ नहीं है। आप अंदरों भी खाली हाँ, बाहरों भी खाली हाँ। इस बार जिहड़ा पीड़ा साहब की गल कर रहे हैं आपां जां होर तलवारां सीगियां जिहड़ियां पंज सिंह सैवानां दियां, तां वो किवें तैयार होईयां ने, की लगा उन्हां दे? पीड़ा साहब है ਉਹਦੇ ਵਿੱਚ 24 कैरेट सोना है, चौर साहब है 24 कैरेट सोना है, ਜਿਹੜਾ ਪਾਤਸ਼ਾਹ ਸੁੱਖ ਹੱਸ ਨੇ ਉਹ 24 कैरेट सोना हैगा। कीमत ਤਾਂ ਕੋਈ लाई नहीं जा सकती है। ਇਹਨਾਂ ਸਾਰਾ ਦਿੱਲੀ ਤੋਂ ਤਿਆਰ ਹੁੰਦਾ ਹੈ। ਕੁਛ ਜਿਹੜਾ ਹਾਰ ਵਗੈਰਾ ਦੇ ਕਲਗੀ ਦੇ ਕੰਮ ਨੇ ਇਹ ਸਾਰੇ ਦਿੱਲੀ ਤੋਂ ਹੁੰਦੇ ਨੇ ਔਰ ਜਿਹੜੇ ਪੀੜਾ ਸਾਹਿਬ ਦੇ ਚੌਰ ਸਾਹਿਬ ਦੇ ਇਹ ਸਾਰੇ ਨੇ ਇਹ ਅੰਮ੍ਰਿਤਸਰ ਤੋਂ ਹੁੰਦੇ ਨੇ। ਜਿਹੜੇ ਸਾਡੇ ਰਮਾਲਾ ਸਾਹਿਬ ਨੇ ਉਹ ਸੋਨੇ ਦੇ ਜਿੱਦਾਂ ਧਾਗਾ ਬਣਾ ਕੇ ਜਿੱਦਾਂ ਸੋਨੇ ਨੂੰ ਧਾਗੇ ਦੇ ਵਿੱਚ ਤਬਦੀਲ ਕਰਨਾ ਹੈ, ਫਿਰ ਉਹ ਧਾਗੇ ਨੂੰ ਜਿਹੜਾ ਹੈਗਾ ਉਹਦੇ ਨਾਲ ਕਢਾਈ ਕਰਨੀ ਹੈ। ਇਹ ਸਾਰਾ ਕੰਮ ਅੰਮ੍ਰਿਤਸਰ ਦੇ ਵਿੱਚ ਹੁੰਦਾ ਹੈ। ਤੁਹਾਡੇ ਬਾਰੇ ਮੈਂ ਜਿੰਨੀ ਕੁ ਜਾਣਕਾਰੀ ਹਾਸਲ ਕੀਤੀ ਹੈ, ਕਹਿੰਦੇ 50% ਜਿਹੜਾ ਕਮਾਈ ਦਾ ਸੇਵਾ ਚ ਲਾਉਂਦੇ ਹੋ। ਨਾ ਤੇ ਦਸਵੰਧ ਤੇ ਨਾ ਕੋਈ 50%। ਮੈਨੂੰ ਕੇਵਲ ਆਪਣਾ ਜੀਵਨ ਜਿਉਣ ਵਾਸਤੇ 20-22 ਰੁਪਇਆ ਮਹੀਨੇ ਦਾ ਚਾਹੀਦਾ, ਇਸ ਤੋਂ ਜ਼ਿਆਦਾ ਚਾਹੀਦਾ ਨਹੀਂ ਹੈ। ਜਿੰਨਾ ਵੀ ਪੈਸਾ ਆਉਂਦਾ ਹੈ ਉਹ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਾਤੇ ਵਿੱਚ ਜਾਂਦਾ ਹੈ, ਜਿੰਨਾ ਵੀ ਆ ਜੇ, ਔਰ ਸਾਰਾ ਹੀ ਪਾਤਸ਼ਾਹ ਦੇ ਵਾਸਤੇ ਹੀ ਲੱਗਣਾ ਹੈ। ਨਾ ਮੇਰੀ ਕੋਈ ਆਪਣੀ ਨਿੱਜੀ ਜਾਇਦਾਦ ਹੈ, ਨਾ ਮੈਂ ਕੋਈ ਨਿੱਜੀ ਜਾਇਦਾਦ ਬਣਾ ਰਿਹਾ ਤੇ ਨਾ ਹੀ ਕੋਈ ਨਿੱਜੀ ਜਾਇਦਾਦ ਮੇਰੀ ਹੈ। ਜੋ ਮੇਰੀ ਪੁਸ਼ਤੈਨੀ ਜਾਇਦਾਦ ਵੀ ਸੀ ਉਹ ਵੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਨਾਂ ਦੇ ਉੱਤੇ ਕਰ ਦਿੱਤੀ। ਜੋ ਵੀ ਬਾਕੀ ਜਾਇਦਾਦ ਸੀ ਮੇਰੇ ਕੋਲ ਤਾਂ ਇੱਕ ਕਹਿ ਸਕਦੇ ਆਪਾਂ ਕਿ 10 ਮਰਲੇ ਵੀ ਜਗ੍ਹਾ ਨਹੀਂ ਹੈਗੀ। ਟੋਟਲੀ ਜਿਹੜੀ ਵੀ ਪ੍ਰੋਪਰਟੀ ਹੈਗੀ ਸੀ ਪੁਸ਼ਤੈਨੀ ਵੀ ਸੀਗੀ, ਸਾਡੇ ਵੱਡਿਆਂ ਦੀ ਸੀ, ਉਹ ਵੀ ਗੁਰੂ ਪਾਤਸ਼ਾਹ ਦੇ ਨਾਂ ਤੇ ਕਰ ਦਿੱਤੀ ਹੈ। ਇਸ ਵਾਰ ਆਪਾਂ ਜਦੋਂ ਉੱਥੇ ਤੁਸੀਂ ਗਏ ਸੀਗੇ ਤਾਂ ਬਹੁਤ ਸਾਰੀਆਂ ਇੱਦਾਂ ਦੀ ਵੀਡੀਓਜ਼ ਆਈਆਂ ਵਿਵਾਦ ਦੀਆਂ, ਜੋ ਸੇਵਾ ਉੱਥੇ ਕੀਤੀ ਗਈ, ਜਿਵੇਂ ਸੋਨੇ ਦਾ ਜੋ ਪਲੰਘ ਦੀ ਗੱਲ ਕੀਤੀ ਜਾ ਰਹੀ ਹੈ ਸ਼ਾਇਦ ਉਹਨੂੰ ਲੈ ਕੇ ਵਿਵਾਦ ਵੀ ਹੋਇਆ। ਉੱਥੇ ਲੋਕਲ ਸੰਗਤ ਜਿਹੜੀ ਹੈ ਵਿਵਾਦ ਕੀਤਾ ਗਿਆ, ਉਹਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ। ਉਹ ਕੀ ਘਟਨਾ ਸੀਗੀ? ਇੱਕ ਸਾਬਕਾ ਜਥੇਦਾਰ ਜਿਹੜੇ ਇਕਬਾਲ ਸਿੰਘ ਸੀਗੇ ਉਹ ਗੁਰੂ ਘਰ ਨੂੰ ਆਪਣੀ ਜਾਇਦਾਦ ਸਮਝਣ ਲੱਗ ਪਏ ਨੇ, ਨਿੱਜੀ ਜਾਇਦਾਦ ਸਮਝਣ ਲੱਗ ਪਏ ਨੇ। ਅੱਜ ਵੀ ਉੱਥੇ ਵਾਦ ਇਹੋ ਜਿਹਾ ਵਾ ਕਿ ਕੁਝ 3 ਸਿੰਘ ਵਾਣ ਨੇ ਜਿਹੜੇ ਉਹਦੇ ਨਾਲ ਨੇ, ਉਹਦੇ ਇਕਬਾਲ ਸਿੰਘ ਦੀ ਭਾਸ਼ਾ ਬੋਲਦੇ ਨੇ। ਇੱਕ ਬਲਦੇਵ ਸਿੰਘ ਹੈ, ਸੁਖਦੇਵ ਸਿੰਘ ਹੈ, ਦੋ ਕੁ ਬਹੁਤ ਖਾਸ ਨੇ ਉਹਦੇ। ਉਹ ਜਦੋਂ ਕੋਈ ਵੀ ਗੱਲ ਹੁੰਦੀ ਹੈ ਨਾ ਉਹਨਾਂ ਨੇ ਵਿੱਚ ਨਵਾਂ ਵਿਵਾਦ ਖੜਾ ਕਰ ਦੇਣਾ ਹੁੰਦਾ। ਕਿਸੇ ਦਾ ਧਿਆਨ ਇਸ ਪੱਖ ਵੱਲ ਨਹੀਂ ਹੈਗਾ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੈ ਜਾਂ ਦੂਸਰੀ ਹੈ, ਕਿ ਅਸੀਂ ਦਾ ਸੁਧਾਰ ਕਰੀਏ, ਪਰ ਸਿਰਫ ਤੇ ਕੇਵਲ ਤੋਂ ਉੱਥੇ ਧੜੇਬਾਜ਼ੀ ਵੱਲ ਬਹੁਤ ਧਿਆਨ ਹੈ। ਇਸ ਕਰਕੇ ਸ਼ਰਧਾਲੂ ਦੁਖੀ ਵੀ ਨੇ। ਸਾਨੂੰ ਸੌਣ ਵਾਸਤੇ ਏਸੀ ਚਾਹੀਦੇ ਨੇ, ਲੇਕਿਨ ਉੱਥੇ ਪਾਤਸ਼ਾਹ ਦੇ ਸੁੱਖ ਆਸਨ ਹੈ ਜਿੱਥੇ, ਉੱਥੇ ਅਜੇ ਤੱਕ ਏਸੀ ਨਹੀਂ ਲਾਇਆ। ਕਿਉਂ ਨਹੀਂ ਲੱਗਾ? ਸਾਡੇ ਸੌਣ ਵਾਸਤੇ ਏਸੀ ਚਾਹੀਦੇ ਨੇ, ਨਹੀਂ ਲਾ ਰਹੇ। ਜੇਕਰ ਪਾਤਸ਼ਾਹ ਦਾ ਪੀੜਾ ਸਾਹਿਬ ਹੈ ਤੇ ਪਾਤਸ਼ਾਹ ਦਾ 55 ਦਾ ਪੀੜਾ ਹੈ ਜਿਹੜਾ ਕਿ ਕੇਵਲ 21/30 ਦਾ ਹੈਗਾ, ਬਹੁਤ ਛੋਟਾ ਹੈ, ਉਹਦੇ ਉੱਪਰ ਪ੍ਰਕਾਸ਼ ਨਹੀਂ ਹੋ ਸਕਦਾ ਹੈਗਾ। ਲੇਕਿਨ ਉਹਦੇ ਪਾਵੇ ਵੀ ਜਿਹੜੇ ਸਾਰੇ ਟੇਢੇ ਹੋ ਕੇ ਚੁੱਕੇ ਹੋਏ ਨੇ ਔਰ ਫਿਰ ਵੀ ਉਹਦੇ ਉੱਪਰ ਪ੍ਰਕਾਸ਼ ਜਿਹੜਾ ਸਾਈਡਾਂ 'ਤੇ ਸਪੋਰਟਾਂ ਲਾ ਕੇ ਕੀਤਾ ਜਾਂਦਾ ਵਾ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕਹਿੰਦੇ ਨੇ ਕਿ ਹਰ ਇਨਸਾਨ ਆਪਣੇ ਗੁਰੂ ਦੇ ਪ੍ਰਤੀ ਆਪਣੇ ਹੀ ਤਰੀਕੇ ਦੇ ਨਾਲ ਆਪਣਾ ਪਿਆਰ ਵਿਅਕਤ ਕਰਦਾ ਹੈ, ਆਪਣੀ ਸ਼ਰਧਾ ਤੇ ਭਾਵਨਾ ਨੂੰ ਜਿਹੜਾ ਹੈ ਉਜਾਗਰ ਕਰਦਾ ਹੈ। ਅੱਜ ਇਸ ਸ਼ਖਸ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹਾਂ। ਉਹ ਪੰਜਾਬ ਦੇ ਇੱਕ ਪ੍ਰਸਿੱਧ ਡਾਕਟਰ ਹੋਣ ਦੇ ਨਾਲ ਗੁਰੂ ਨੂੰ ਮੰਨਣ ਵਾਲੇ ਗੁਰਸਿੱਖ ਵੀ ਨੇ। ਡਾਕਟਰ ਗੁਰਵਿੰਦਰ ਸਮਰਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਬਹੁਤ ਸਾਰੀਆਂ ਤਸਵੀਰਾਂ ਤਖਤ ਸ਼੍ਰੀ ਪਟਨਾ ਸਾਹਿਬ ਤੋਂ ਦੇਖੀਆਂ ਹੋਣਗੀਆਂ। अलग अलग समय के उत्ते अलग अलग वड्डियां सेवावां जिहड़ियां ने इन्हां दी वल्लों गुरु घरां दे विच निभाईयां जांदियां ने। तां इस वार भी 5 करोड़ रुपए तक की सेवा जिहड़ी है इन्हां दे वल्लों तख्त श्री पटना साहिब विखे निभाई गई है वख-वख रूपां दे विच। तां डॉक्टर गुरविंदर समरा जी साडे नाल ने। डॉक्टर साहब बहुत बहुत स्वागत है जी।
ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਜਿਵੇਂ ਆਪਾਂ ਪਹਿਲਾਂ ਵੀ ਇੰਟਰਵਿਊਜ਼ ਕੀਤੀਆਂ ਨੇ ਕਿ ਅਲੱਗ-ਅਲੱਗ ਸਮੇਂ ਦੇ ਉੱਤੇ ਅਲੱਗ-ਅਲੱਗ ਸੇਵਾਵਾਂ ਤੁਹਾਡੇ ਝੋਲੀ 'ਚ ਆਉਂਦੀਆਂ ਨੇ। ਇਸ ਵਾਰ ਕਿਸ ਤਰੀਕੇ ਦੀ ਸੇਵਾ ਨਿਭਾਈ ਹੈ? ਬਹੁਤ ਚਰਚਾ ਹੋ ਰਹੀ ਹੈ ਉਸ ਸੇਵਾ ਦੀ। ਨਹੀਂ ਦੇਖੋ, ਸੇਵਾ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਤਾਂ ਇਸ ਤਾਂ ਗੁਰੂ ਰਾਮਦਾਸ ਦਰ ਦੇ ਰਾਮਦਾਸ ਪਾਤਸ਼ਾਹ ਦੀ ਦਰ ਦੇ ਭਿਖਾਰੀ ਹੈ, ਅਤੇ ਭਿਖਾਰੀ ਦੀ ਕੋਈ ਔਕਾਤ ਨਹੀਂ ਹੁੰਦੀ, ਕੋਈ ਕਰਤੂਤ ਨਹੀਂ ਹੁੰਦੀ ਕੋਈ ਕੁਛ ਕਰ ਪਏ। ਉਹ ਸਿਰਫ ਰਹਿਮੋ ਕਰਮ ਦੇ ਉੱਤੇ ਬੈਠਾ ਹੁੰਦਾ। ਇਹ ਜੋ ਵੀ ਕੁਛ ਕਰ ਰਿਹਾ ਹੈ ਗੁਰੂ ਰਾਮਦਾਸ ਪਾਤਸ਼ਾਹ ਕਰ ਰਹੇ ਨੇ, ਔਰ ਉਹਨਾਂ ਦੀ ਹੀ ਖੇਡ ਵਰਤ ਰਹੀ ਹੈ। ਉਹ ਆਪ ਹੀ ਚੀਜ਼ਾਂ ਬਣਾਉਂਦੇ ਨੇ, ਆਪ ਹੀ ਤਿਆਰ ਕਰਵਾਉਂਦੇ ਨੇ, ਆਪ ਹੀ ਖੇਡ ਵਰਤਾਉਂਦੇ ਨੇ, ਆਪ ਹੀ ਭੇਜ ਦਿੰਦੇ ਨੇ। ਕਹਿ ਲਓ ਇੱਕ ਵਿਖਾਉਣ ਵਾਸਤੇ ਕਿਸੇ ਨੂੰ ਅੱਗੇ ਖੜਾ ਕਰ ਦਿੱਤਾ, ਬਸ ਇਸ ਤੋਂ ਜ਼ਿਆਦਾ ਹੋਰ ਕੁਛ ਨਹੀਂ ਹੈ। ਜੇ ਇਨਸਾਨੀ ਵੱਸ ਦੀਆਂ ਇਹ ਗੱਲਾਂ ਕਰੀਏ ਤਾਂ ਨਹੀਂ ਹੈਗੀਆਂ, ਨਹੀਂ ਹੋ ਸਕਦੀਆਂ ਹੈਗੀਆਂ। ਕਦੀ ਵੀ ਇਨਸਾਨ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਰ ਸਕਦਾ। ਇਹਦਾ ਪ੍ਰਤੀਕ ਹੁੰਦਾ ਕਿ ਜਿਵੇਂ ਸਾਡੇ ਬਜ਼ੁਰਗ ਹੁੰਦੇ ਸੀਗੇ, ਅਤੇ ਉਹ ਲਾਲ ਜਿੰਨਾ ਵੀ ਉਹਨਾਂ ਦਾ ਆਪਣੇ ਬੱਚੇ ਛੋਟੇ ਹੁੰਦੇ ਸੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਹੁੰਦੇ ਸੀ। ਇਸ ਤਰ੍ਹਾਂ ਮਹਿਸੂਸ ਹੁੰਦਾ ਪਿਆ ਹੈ ਕਿ ਜਿਸ ਤਰ੍ਹਾਂ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਆਪਣੇ ਲਾਲ ਜੀ ਨਾਲ ਇੰਨਾ ਕੁ ਪਿਆਰ ਕਰਦੇ ਨੇ ਕਿ ਨਵੀਂ ਤੋਂ ਨਵੀਂ ਕੋਈ ਚੀਜ਼ਾਂ ਵਸਤੂਆਂ ਬਣਾ ਕੇ ਉਹਨਾਂ ਵਾਸਤੇ ਭੇਜਦੇ ਨੇ ਕਿ ਉਹਨਾਂ ਦਾ ਲਾਲ ਹੋਰ ਸੁੰਦਰ ਲੱਗੇ। ਇਹ ਸਾਰੀ ਖੇਡ ਗੁਰੂ ਰਾਮਦਾਸ ਪਾਤਸ਼ਾਹ ਦੀ, ਕਿਸੇ ਵਿਅਕਤੀ ਦਾ ਹੱਥ ਨਹੀਂ ਹੈਗਾ। ਜੇ ਹੁਣ ਹਜ਼ੂਰ ਸਾਹਿਬ ਕਲਗੀ ਗਈ ਹੈ ਅਤੇ ਹਾਰ ਗਿਆ ਹੈ, ਕਰੀਬ ਉਹਦੇ 4 ਕਿਲੋ ਸੋਨਾ ਲੱਗਾ, ਔਰ 6000 ਉਹਦੇ ਵਿੱਚ ਹੀਰੇ ਨੇ, 3000 ਪੰਨਾ ਹੈ, ਔਰ 800 ਨੀਲਮ ਹੈ, ਔਰ ਪੁਖਰਾਜ ਹੈ। ਇਹ ਸਾਰੀਆਂ ਚੀਜ਼ਾਂ ਲੱਗੀਆਂ ਹੋਈਆਂ ਨੇ, ਔਰ 6000 ਹੀਰੇ ਹੀ ਲੱਗਣੇ, ਅਤੇ ਸਾਰਾ ਕੁਝ ਬਣਨਾ ਇਨਸਾਨੀ ਵੱਸ ਦੀ ਗੱਲ ਨਹੀਂ ਹੈ। ਜੇਕਰ ਕੋਈ ਇਨਸਾਨ ਕਵੇ ਕਿ ਉਹ ਬੜਾ ਦਾਨੀ ਹੈ ਜਾਂ ਕੁਛ ਹੈ, ਤਾਂ ਮੇਰੇ ਤਾਂ ਪੱਲੇ ਕੁਛ ਨਹੀਂ ਹੈ। ਆਪਾਂ ਤਾਂ ਅੰਦਰੋਂ ਵੀ ਖਾਲੀ ਹਾਂ, ਬਾਹਰੋਂ ਵੀ ਖਾਲੀ ਹਾਂ। ਤਨ ਕਰਕੇ, ਮਨ ਕਰਕੇ, ਧਨ ਕਰਕੇ ਆਪਣਾ ਕੋਈ ਵਿੱਚ ਯੋਗਦਾਨ ਨਹੀਂ ਹੈ। ਇਹ ਮਾਲਕ ਖੇਡ ਰਚਾ ਦਿੰਦਾ ਹੈ, ਕਿਸੇ ਤਰ੍ਹਾਂ ਕਿਸੇ ਨੂੰ ਵਿਖਾਉਣ ਵਾਸਤੇ ਸਾਹਮਣੇ ਖੜਿਆ ਕਰ ਦਿੰਦਾ ਹੈ। ਇਹ ਉਹਦੀ ਮੌਜ ਹੈ। ਸਿਰਫ ਲੋਕਾਂ ਨੂੰ ਦੇਖਣ ਵਾਸਤੇ ਦਿਖਦਾ ਹੈ ਕਿ ਇਹ ਆਦਮੀ ਕਰ ਰਿਹਾ ਜਾਂ ਇਹਨੇ ਕੀਤਾ ਹੈਗਾ, ਲੇਕਿਨ ਸੱਚਾਈ ਇਹ ਹੈ ਕਿ ਖੇਡ ਸਾਰੀ ਉਹਦੀ ਵਾਪਰਦੀ ਹੈ। ਜਦੋਂ ਉਹ ਬਖਸ਼ਿਸ਼ ਦੇ ਰਹਿਮਤ ਦੇ ਘਰ ਵਿੱਚ ਆਉਂਦਾ, ਉਹ ਕਿਸੇ 'ਤੇ ਵੀ ਕੋਈ ਵੀ ਖੇਡ ਵਰਤਾ ਸਕਦਾ। ਉਹਦੇ ਵਾਸਤੇ ਬਹੁਤ ਮੂਲੀ ਗੱਲਾਂ ਇਹ ਹੈਗੀਆਂ ਨੇ। ਇਸ ਵਾਰ ਦੀ ਸੇਵਾ ਹੈਗੀ ਹੈ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਉੱਤੇ, ਉਹ ਕਿਸ ਤਰੀਕੇ ਦੀ ਸੇਵਾ ਸੀਗੀ? ਜਿਹੜੀ ਪਹਿਲਾਂ ਤਾਂ ਹਜ਼ੂਰ ਸਾਹਿਬ ਸੀ, ਐਤਕੀ ਹਜ਼ੂਰ ਸਾਹਿਬ ਜਿਹੜਾ ਸੀ ਕਲਗੀ ਸੀਗੀ, ਨਾਲ ਪਾਤਸ਼ਾਹ ਦਾ ਸ਼ਾਹੀ ਹਾਰ ਸੀਗਾ। ਫਿਰ ਪਟਨਾ ਸਾਹਿਬ ਸੀਗੀ, ਇੱਕ ਤਾਂ ਸ਼ਾਹੀ ਹਾਰ ਸੀ ਪਾਤਸ਼ਾਹ ਜੀ ਦਾ, ਇੱਕ ਪਾਤਸ਼ਾਹ ਜੀ ਵਾਸਤੇ ਸੁੱਖ ਆਸਣ ਸੀਗਾ। ਸੁੱਖ ਆਸਣ ਬਹੁਤ ਪੁਰਾਣਾ ਹੋ ਗਿਆ ਸੀ। ਇੱਕ ਸੁੱਖ ਆਸਣ ਸੀਗਾ। ਸੁੱਖ ਆਸਣ ਤੋਂ ਬਾਅਦ ਇੱਕ ਪਾਤਸ਼ਾਹ ਦੇ ਪ੍ਰਕਾਸ਼ ਕਰਨ ਵਾਸਤੇ ਪਾਲਕੀ ਸਾਹਿਬ ਸੀਗੀ। ਕੁਛ ਪਾਤਸ਼ਾਹ ਦੀਆਂ ਜਿਹੜੀਆਂ ਪੁਰਾਤਨ ਅਵਸਥਾ ਹੈਗੀਆਂ, ਜਿਹੜੀਆਂ ਕਿ ਬਹੁਤ ਸਾਰੀਆਂ ਸਾਨੂੰ ਸਾਂਭਣ ਦੀ ਜ਼ਰੂਰਤ ਹੈਗੀ ਆ, ਉਹਨਾਂ ਦੇ ਸੰਭਾਲ ਵਾਸਤੇ ਸਪੈਸ਼ਲ ਬਾਕਸ ਜਿਹੜੇ ਡਿਜ਼ਾਈਨ ਕਰਵਾਏ ਗਏ ਕਿ ਉਹ ਚੀਜ਼ਾਂ ਸਾਰੀਆਂ ਸੰਭਾਲੀਆਂ ਜਾ ਸਕਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਉਹਨੂੰ ਦੇਖਦੀਆਂ ਰਹਿਣ। ਹੁਣ ਜਿਵੇਂ ਉੱਥੇ ਖੜਾਵਾਂ ਪਈਆਂ ਨੇ, ਅਤੇ ਖੜਾਵਾਂ ਦੇ ਵਿੱਚ ਕੀ ਹੈ ਕਿ ਵਿੱਚ ਤਰੇੜ ਪੈ ਕੇ ਇੱਦਾਂ ਦੁਫਾੜ ਹੋ ਰਹੀਆਂ ਨੇ। ਅਗਰ ਉਹਨੂੰ ਅਸੀਂ ਨਹੀਂ ਸੰਭਾਲਾਂਗੇ ਅਤੇ ਆਉਣ ਵਾਲੀਆਂ ਜਿਨਸਾਂ ਸਾਡੀਆਂ ਜਾਂ ਆਉਣ ਵਾਲੀ ਸਾਡੀ ਵਿਰਾਸਤ ਜਿਹੜੀ ਕਿੱਥੋਂ ਲੈ ਗਈ। ਅਸੀਂ ਅਨੇਕਾਂ ਸੋਨੇ ਦੀਆਂ, ਹੀਰਿਆਂ ਦੀਆਂ, ਸਿੱਖ ਕੌਮ ਚਾਹਵੇ ਅਤੇ ਹੀਰਿਆਂ ਤੱਕ ਦੀਆਂ ਖੜਾਵਾਂ ਤਿਆਰ ਕਰ ਲਏ, ਪਰ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਖੜਾਵਾਂ ਨੇ ਉਹ ਸਾਨੂੰ ਨਹੀਂ ਮਿਲ ਸਕਦੀਆਂ। ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਉਹ ਸੰਭਾਲਣ ਵਾਸਤੇ ਹੁਣ ਉਹਦੇ ਕੀ ਹੈ ਕਿ ਨਿਚਲੇ ਪਾਸੇ ਸੋਨੇ ਦੇ ਨਾਲ ਉਹਨੂੰ ਪੂਰਾ ਮੜਿਆ ਜਾ ਰਿਹਾ, ਉਹਦਾ ਫਰਮਾ ਲੈ ਕੇ ਆਏ ਆ, ਠੀਕ ਹੈ, ਬਣਾਇਆ ਜਾ ਰਿਹਾ ਵਾ ਕਿ ਕਿਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰੀਕੇ ਦਾ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ, ਔਰ ਉਹ ਸੁਰੱਖਿਅਤ ਰਹਿ ਸਕਣ। ਇਸ ਵਾਰ ਜਿਹੜਾ ਪੀੜਾ ਸਾਹਿਬ ਦੀ ਗੱਲ ਕਰ ਰਹੇ ਹਾਂ ਆਪਾਂ, ਜਾਂ ਹੋਰ ਤਲਵਾਰਾਂ ਸੀਗੀਆਂ ਜਿਹੜੀਆਂ ਪੰਜ ਸਿੰਘ ਸਾਹਿਬਾਨਾਂ ਦੀਆਂ, ਤਾਂ ਉਹ ਕਿਵੇਂ ਤਿਆਰ ਹੋਈਆਂ ਨੇ? ਕੀ ਕੀ ਲੱਗਾ ਉਹਨਾਂ ਦੇ ਵਿੱਚ? ਨਹੀਂ, ਜਿਹੜੇ ਤੇ ਪੀੜਾ ਸਾਹਿਬ ਹੈ ਸਾਰੇ 24 ਕੈਰਟ ਸੋਨਾ ਹੈ। 24 ਕੈਰਟ ਸੋਨਾ ਸਾਰਾ ਹੀ ਲੱਗਾ ਹੋਇਆ ਹੈ, ਔਰ 24 ਕੈਰਟ ਜਿੱਦਾਂ ਪੀੜਾ ਸਾਹਿਬ ਹੈ ਉਹਦੇ ਵਿੱਚ 24 ਕੈਰਟ ਸੋਨਾ ਹੈ। ਚੌਰ ਸਾਹਿਬ ਹੈ 24 ਕੈਰਟ ਸੋਨਾ ਹੈ। ਜਿਹੜਾ ਪਾਤਸ਼ਾਹ ਸੁੱਖ ਆਸਣ ਨੇ ਉਹ 24 ਕੈਰਟ ਸੋਨਾ ਹੈਗਾ। ਕੀਮਤ ਤਾਂ ਕੋਈ ਲਾਈ ਨਹੀਂ ਜਾ ਸਕਦੀ ਹੈਗੀ ਇਹਨਾਂ ਦੀ। ਫਿਰ ਵੀ ਅੰਦਾਜ਼ਨ ਬਿੱਲ ਪੇ ਕੀਤੇ ਹੋਣਗੇ, ਟੈਕਸ ਵੀ ਭਰਿਆ ਹੋਊਗਾ? ਨਹੀਂ, ਬਿੱਲ ਟੈਕਸ ਤੇ ਗੁਰੂ ਰਾਮਦਾਸ ਪਾਤਸ਼ਾਹ ਜਾਣੇ ਜਿਹੜਾ ਭਰਦਾ ਹੈਗਾ, ਉਹਨਾਂ ਨੇ ਲਈ ਕਰਵਾ ਰਿਹਾ। ਪਰ ਜ਼ਰੂਰ ਦੱਸੋ ਕਿੰਨਾ ਸੋਨਾ ਲੱਗਾ ਉਹਦੇ ਵਿੱਚ, ਕਿਵੇਂ ਤਿਆਰ ਹੋਇਆ? ਕਰੀਬ ਜਿਹੜਾ ਹੈਗਾ ਹੈ ਹਜ਼ੂਰ ਸਾਹਿਬ ਗਿਆ ਹੈ ਉਹ ਤਾਂ 4 ਕਿਲੋ ਮੈਂ ਦੱਸ ਹੀ ਚੁੱਕਾ ਕਿ ਸੋਨਾ ਹੈਗਾ ਸੀਗਾ, ਬਾਕੀ ਡਾਇਮੰਡ ਸੀ। ਜਿਹੜਾ ਇੱਥੇ ਸੀਗਾ ਜਿਹੜਾ ਸ਼ਾਹੀ ਹਾਰ ਸੀ ਪਾਤਸ਼ਾਹ ਦਾ, ਉਹ ਹੈਗਾ ਸੀਗਾ 1 ਕਿਲੋ ਦੇ ਕਰੀਬ ਦਾ। ਔਰ ਜਿਹੜੀ ਸ੍ਰੀ ਸਾਹਿਬ ਸੀ ਪਾਤਸ਼ਾਹ ਦੀ ਸੋਨੇ ਦੀ, ਉਹ ਕਰੀਬ 3 ਕਿਲੋ ਸੋਨੇ ਦੇ ਨਾਲ ਬਣੀ ਹੋਈ ਸੀ। ਔਰ ਜੋ ਪੀੜਾ ਸਾਹਿਬ ਸੀ ਉਹ 'ਤੇ 5 ਕਿਲੋ ਸੋਨਾ ਲੱਗਾ ਹੋਇਆ ਸੀਗਾ। ਅਤੇ ਜਿਹੜੇ ਬਾਕੀ
ਪਾਤਸ਼ਾਹ ਦਾ ਸੁੱਖ ਆਸਨ ਹੈ, ਠੀਕ ਹੈ, ਉੱਥੇ ਕਰੀਬ 19 ਕਿਲੋ। ਹਾਂ, ਇਸ ਤਰ੍ਹਾਂ ਸਾਰਾ ਜਿਹੜੀਆਂ ਚੀਜ਼ਾਂ ਸੀਗੀਆਂ ਉਹ ਤਿਆਰ ਹੋਈਆਂ ਸੀਗੀਆਂ। ਜਿਹੜਾ ਚੌਰ ਸਾਹਿਬ ਹੈ ਉਹ ਵੀ ਸੋਨੇ ਦਾ? ਉਹ ਚੌਰ ਸਾਹਿਬ ਵੀ 24 ਕੈਰਟ ਸੋਨੇ ਦਾ। ਜਿੰਨੀਆਂ ਵੀ ਚੀਜ਼ਾਂ ਬਣੀਆਂ ਨੇ 24 ਕੈਰਟ ਸੋਨੇ ਦੇ ਨਾਲ ਹੀ ਬਣੀਆਂ ਨੇ ਸਾਰੀਆਂ। ਅੱਛਾ, ਮਤਲਬ 20 ਕਿਲੋ ਸੋਨਾ ਬਣ ਜਾਂਦਾ ਫਿਰ ਟੋਟਲ? ਹਾਂ, ਬਣ ਹੀ ਜਾਏਗਾ, ਵੱਧ ਹੀ ਬਣ ਜਾਏਗਾ। ਡਾਕਟਰ ਸਾਹਿਬ ਕਿਵੇਂ ਮਾਈਂਡ ਦੇ ਵਿੱਚ ਕਿਵੇਂ ਆ ਜਾਂਦਾ ਹੈ ਇੰਨਾ ਵੱਡਾ ਪ੍ਰੋਜੈਕਟ ਫਿਰ ਤਿਆਰ ਕਰਵਾਉਣਾ, ਤਿਆਰ ਵੀ ਇਸ ਤਰੀਕੇ ਨਾਲ ਕਰਵਾਉਣਾ ਵੀ ਉਹ ਚੀਜ਼ ਜੋ ਸੋਚੀ ਹੈ ਉਹ ਪੂਰੀ ਦੀ ਪੂਰੀ ਸਰੂਪ ਬਣ ਕੇ ਜਾਵੇ? ਨਹੀਂ, ਦੇਖੋ, ਇਹ ਮੈਂ ਪਹਿਲੇ ਹੀ ਬੇਨਤੀ ਕਰ ਚੁੱਕਾ ਕਿ ਇਹ ਇਨਸਾਨੀ ਵਾਸਤੇ ਦੀਆਂ ਗੱਲਾਂ ਨਹੀਂ ਹੈਗੀਆਂ। ਇਹ ਸਿਰਫ ਸਾਨੂੰ ਦਿਖਾਈ ਪਿਆ ਦਿੰਦਾ ਹੈ ਵੀ ਇਹ ਇਨਸਾਨ ਕਰ ਰਿਹਾ, ਇਹ ਵਿਅਕਤੀ ਕਰ ਰਿਹਾ। ਵਿਅਕਤੀ ਦੇ ਵੱਸ ਦੀ ਗੱਲ ਨਹੀਂ ਹੈ। ਮੈਂ ਪਹਿਲੇ ਕਹਿ ਚੁੱਕਾ, ਖੇਡ ਗੁਰੂ ਰਾਮਦਾਸ ਪਾਤਸ਼ਾਹ ਦੀ ਕੀ ਵਰਤਾ ਦਿੰਦਾ ਹੈ। ਦੇਖੋ, ਉੱਥੇ ਹੀਰਿਆਂ ਜਵਾਹਰਾਤਾਂ ਦੀ ਨਹੀਂ ਹੈ, ਉੱਥੇ ਪੱਥਰ ਵੀ ਪ੍ਰਵਾਨ ਨੇ, ਉੱਥੇ ਹੀਰੇ ਵੀ ਪ੍ਰਵਾਨ ਨਹੀਂ ਹੈ। ਇਹ ਉਹਦੀ ਭਾਵਨਾ, ਸ਼ਰਧਾ ਦੀ ਗੱਲ ਹੈਗੀ ਆ ਤੁਹਾਡੇ। ਜੇਕਰ ਤੁਸੀਂ ਪਿਆਰ ਕਰਦੇ ਹੋ ਪਾਤਸ਼ਾਹ ਦੇ ਨਾਲ, ਤਾਂ ਪਿਆਰ ਦੇ ਬਦਲੇ ਵਿੱਚ ਇਹੋ ਜਿਹੀਆਂ ਖੇਡਾਂ ਵਰਤਾ ਦਿੰਦਾ ਹੈ। ਇਹਦੇ ਵਿੱਚ ਕੋਈ ਦੇਣਾ ਅਸੀਂ ਕੀ ਦੇ ਸਕਦੇ ਹਾਂ? ਅਸੀਂ ਤਾਂ ਆਪ ਦੇ ਦਰ ਦੇ ਭਿਖਾਰੀ ਬੈਠੇ ਨੇ, ਮੰਗਦੇ ਪਏ ਹੈਗੇ ਆ, ਠੀਕ ਹੈ। ਇਹ ਜਦੋਂ ਉਹੀ ਫੁਰਨੇ ਦਿੰਦਾ ਹੈ, ਉਹੀ ਇਹਨਾਂ ਫੁਰਨਿਆਂ ਨੂੰ ਸਾਕਾਰ ਕਰਦਾ ਹੈ, ਉਹੀ ਸਾਰੀ ਖੇਡ ਆਪ ਬਣਾ ਦਿੰਦਾ ਹੈ, ਬਸ ਲੋਕਾਂ ਨੂੰ ਵਿਖਾਉਣ ਵਾਸਤੇ। ਜਾਂ ਅਸੀਂ ਲੋਕ ਕਹਿ ਦਿੰਦੇ ਹਉਮੈ ਦੇ ਮਾਰੇ ਹੋਏ ਜੀ, ਮੈਂ ਆਹ ਕਰਤਾ, ਮੈਂ ਆਹ ਕਰਤਾ। ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਹੋ ਹੀ ਨਹੀਂ ਸਕਦਾ ਕਦੀ। ਮੈਂ ਦਾਅਵੇ ਨਾਲ ਇਹ ਗੱਲ ਕਹਿ ਦਿੰਦਾ ਹੈਗਾ। ਜੇ ਸਿੰਘ ਸਾਹਿਬਾਨਾਂ ਦੀਆਂ ਸ੍ਰੀ ਸਾਹਿਬ ਵੀ ਨੇ ਅਤੇ ਸਾਰੀਆਂ ਕੁਝ ਦੇ ਵਿੱਚ ਸੋਨਾ ਲੱਗਾ ਹੋਇਆ, ਬਾਕੀ ਸਿੰਘ ਸਾਹਿਬਾਨਾਂ ਦੀਆਂ ਚਾਂਦੀ ਦੀਆਂ ਹੈਗੀਆਂ ਨੇ ਜੀ। ਅੱਛਾ ਡਾਕਟਰ ਸਾਹਿਬ, ਇਸ ਵਾਰ ਆਪਾਂ ਜਦੋਂ ਉੱਥੇ ਤੁਸੀਂ ਗਏ ਸੀਗੇ ਤਾਂ ਬਹੁਤ ਸਾਰੀਆਂ ਇੱਦਾਂ ਦੀ ਵੀਡੀਓਜ਼ ਆਈਆਂ ਵਿਵਾਦ ਦੀਆਂ, ਜੋ ਸੇਵਾ ਉੱਥੇ ਕੀਤੀ ਗਈ, ਜਿਵੇਂ ਸੋਨੇ ਦਾ ਜੋ ਪਲੰਘ ਦੀ ਗੱਲ ਕੀਤੀ ਜਾ ਰਹੀ ਹੈ, ਸ਼ਾਇਦ ਉਹਨੂੰ ਲੈ ਕੇ ਵਿਵਾਦ ਵੀ ਹੋਇਆ। ਉੱਥੇ ਲੋਕਲ ਸੰਗਤ ਜਿਹੜੀ ਹੈ, ਵਿਵਾਦ ਕੀਤਾ ਗਿਆ, ਉਹਦੇ ਉੱਤੇ ਇਤਰਾਜ਼ ਜਤਾਇਆ ਗਿਆ ਸੀ। ਉਹ ਕੀ ਘਟਨਾ ਸੀਗੀ ਸਾਰੀ? ਦੇਖੋ, ਬੜੀ ਦੁਖਦਾਈ ਗੱਲ ਹੈ ਕਿ ਇੱਕ ਸਾਬਕਾ ਜਥੇਦਾਰ ਜਿਹੜੇ ਇਕਬਾਲ ਸਿੰਘ ਸੀਗੇ, ਉਹ ਗੁਰੂ ਘਰ ਨੂੰ ਆਪਣੀ ਜਾਇਦਾਦ ਸਮਝਣ ਲੱਗ ਪਏ ਨੇ, ਨਿੱਜੀ ਜਾਇਦਾਦ ਸਮਝਣ ਲੱਗ ਪਏ ਨੇ। ਉਹਨਾਂ ਨੇ ਠੀਕ ਹੈ ਸੇਵਾ ਨਿਭਾਈ ਹੈ, ਜਿੰਨਾ ਸਮਾਂ ਨਿਭਾ ਸਕੇ ਨੇ। ਉਸ ਤੋਂ ਬਾਅਦ ਜਦ ਹੁਣ ਸੇਵਾ ਗੌਰੇ ਮਸਕੀਨ ਗਿਆਨੀ ਰਣਜੀਤ ਸਿੰਘ ਉਹਨਾਂ ਨੂੰ ਮਿਲੀ ਹੈ, ਤਾਂ ਉਸ ਆਦਮੀ ਨੇ ਇੱਥੋਂ ਤੱਕ ਹਰਕਤ ਕੀਤੀ ਹੈ ਕਿ ਅਦਾਲਤ ਤੱਕ ਕੇਸ ਲੈ ਕੇ ਗਿਆ। ਇਹੀ ਵਾਲਾ ਕੇਸ? ਅਦਾਲਤ ਤੱਕ ਕੇਸ ਲੈ ਗਿਆ ਕਿ ਮੈਨੂੰ ਜਿਹੜੀ ਹੈਗੀ ਜਥੇਦਾਰੀ ਚਾਹੀਦੀ ਹੈ। ਦੇਖੋ, ਜਿਹੜੇ ਤਖਤ ਦੇ ਉੱਪਰ ਕੋਈ ਕਾਨੂੰਨ ਲਾਗੂ ਹੀ ਨਹੀਂ ਹੁੰਦਾ, ਜਿਸ ਤਖਤ ਦੇ ਉੱਪਰ ਕੋਈ ਤਖਤ ਹੀ ਹੈ ਨਹੀਂਗਾ, ਤੇ ਅਸੀਂ ਇੱਕ ਦੁਨਿਆਵੀ ਅਦਾਲਤਾਂ ਵਿੱਚ ਲੈ ਕੇ ਤੁਰੇ ਫਿਰੀਏ, ਇਸ ਤੋਂ ਘਟੀਆ ਕੰਮ ਕੀ ਹੋ ਸਕਦਾ। ਉਹਨੇ ਬੜੇ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਨੇ ਵੀ ਕਿਸੇ ਤਰੀਕੇ ਨਾਲ ਮੇਰਾ ਇੱਥੋਂ ਜਥੇਦਾਰ ਗੌਰੇ ਮਸਕੀਨ ਹੋਣਾ ਨੂੰ ਕੱਢ ਦਿੱਤਾ ਜਾਵੇ, ਮੇਰਾ ਇੱਥੇ ਕਬਜ਼ਾ ਹੋ ਜਾਵੇ। ਗੁਰੂ ਘਰਾਂ ਦੇ ਵਿੱਚ ਕਬਜ਼ਿਆਂ ਦਾ ਮਸਲਾ ਨਹੀਂ ਹੋਣਾ ਚਾਹੀਦਾ। ਅੱਜ ਵੀ ਉੱਥੇ ਵਾਦ-ਵਾਦ ਇਹੋ ਜਿਹਾ ਵਾ ਕਿ ਕੁਝ 3 ਸਿੰਘ ਵਾਣ ਨੇ ਜਿਹੜੇ ਉਹਦੇ ਨਾਲ ਨੇ, ਉਹਦੇ ਇਕਬਾਲ ਸਿੰਘ ਦੀ ਭਾਸ਼ਾ ਬੋਲਦੇ ਨੇ। ਇੱਕ ਬਲਦੇਵ ਸਿੰਘ ਹੈ, ਸੁਖਦੇਵ ਸਿੰਘ ਹੈ, 2 ਕੁ ਬਹੁਤ ਖਾਸ ਨੇ ਉਹਦੇ। ਉਹ ਜਦੋਂ ਕੋਈ ਵੀ ਗੱਲ ਹੁੰਦੀ ਹੈ ਨਾ, ਉਹਨਾਂ ਨੇ ਵਿੱਚ ਨਵਾਂ ਵਿਵਾਦ ਖੜਾ ਕਰ ਦੇਣਾ ਹੁੰਦਾ। ਹੁਣ ਇੱਥੋਂ ਤੱਕ ਉਹਨਾਂ ਨੇ ਐਤਕੀ ਸੋਚਿਆ ਸੀਗਾ ਕਿ ਜਦੋਂ ਵੀ ਸਿੰਘ ਸਾਹਿਬ ਮੀਟਿੰਗ ਬੁਲਾਉਂਦੇ ਨੇ ਜਿਹੜੇ ਗੌਰੇ ਮਸਕੀਨ ਨੇ, ਤੇ ਅਸੀਂ ਇਹਨਾਂ ਦੇ ਧੱਕੇ ਮਾਰੀਏ ਔਰ ਇਹਨਾਂ ਦੀ ਬੇਇੱਜ਼ਤੀ ਕਰਕੇ ਵੀਡੀਓ ਬਣਾ ਕੇ ਵਾਇਰਲ ਕਰੀਏ। ਪਰ ਮਾਲਕ ਦਾ ਸ਼ੁਕਰ ਹੈ, ਲੱਖ ਲੱਖ ਕਿ ਐਸਾ ਨਹੀਂ ਹੋਇਆ। ਕਿਸੇ ਦਾ ਧਿਆਨ ਇਸ ਪੱਖ ਵੱਲ ਨਹੀਂ ਹੈਗਾ, ਚਾਹੇ ਉਹ ਐਡਮਿਨਿਸਟ੍ਰੇਸ਼ਨ ਹੈ ਜਾਂ ਦੂਸਰੀ ਹੈ, ਕਿ ਅਸੀਂ ਦਾ ਸੁਧਾਰ ਕਰੀਏ। ਪਰ ਸਿਰਫ ਤੇ ਕੇਵਲ ਤੋਂ ਉੱਥੇ ਧੜੇਬਾਜ਼ੀ ਵੱਲ ਬਹੁਤ ਧਿਆਨ ਹੈ। ਇਸ ਕਰਕੇ ਸ਼ਰਧਾਲੂ ਦੁਖੀ ਵੀ ਨੇ। ਹੁਣ ਮੈਂ 2-3 ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਦੇਣਾ। ਸਾਨੂੰ ਸੌਣ ਵਾਸਤੇ ਏਸੀ ਚਾਹੀਦੇ ਨੇ, ਲੇਕਿਨ ਉੱਥੇ ਪਾਤਸ਼ਾਹ ਦੇ ਸੁੱਖ ਆਸਨ ਹੈ ਜਿੱਥੇ, ਉੱਥੇ ਅਜੇ ਤੱਕ ਏਸੀ ਨਹੀਂ ਲਾਇਆ। ਕਿਉਂ ਨਹੀਂ ਲੱਗਾ? ਸਾਡੇ ਸੌਣ ਵਾਸਤੇ ਏਸੀ ਚਾਹੀਦੇ ਨੇ, ਨਹੀਂ ਲਾ ਰਹੇ। ਜੇਕਰ ਪਾਤਸ਼ਾਹ ਦਾ ਪੀੜਾ ਸਾਹਿਬ ਹੈ ਤੇ ਪਾਤਸ਼ਾਹ ਦਾ ਬਚਪਨ ਦਾ ਪੀੜਾ ਹੈ, ਜਿਹੜਾ ਕਿ ਕੇਵਲ 21/22/30 ਦਾ ਹੈਗਾ, ਬਹੁਤ ਛੋਟਾ ਹੈ, ਉਹਦੇ ਉੱਪਰ ਪ੍ਰਕਾਸ਼ ਨਹੀਂ ਹੋ ਸਕਦਾ ਹੈਗਾ। ਲੇਕਿਨ ਉਹਦੇ ਪਾਵੇ ਵੀ ਜਿਹੜੇ ਸਾਰੇ ਟੇਢੇ ਹੋ ਕੇ ਚੁੱਕੇ ਹੋਏ ਨੇ, ਔਰ ਫਿਰ ਵੀ ਉਹਦੇ ਉੱਪਰ ਪ੍ਰਕਾਸ਼ ਜਿਹੜਾ ਸਾਈਡਾਂ 'ਤੇ ਸਪੋਰਟਾਂ ਲਾ ਕੇ ਕੀਤਾ ਜਾਂਦਾ ਵਾ। ਅਤੇ ਸਿੰਘ ਸਾਹਿਬ ਗਿਆਨੀ ਗੌਰੇ ਮਸਕੀਨ ਔਰ ਬਾਕੀ ਸਾਰਿਆਂ ਦੇ ਵਿਚਾਰ ਸੀ ਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਪ੍ਰਜ਼ਰਵ ਕੀਤਾ ਜਾਵੇ ਬਿਲਕੁਲ ਬੜੇ ਸੋਹਣੇ ਸੁਚੱਜੇ ਢੰਗ ਨਾਲ, ਉਸੇ ਹੀ ਜਗ੍ਹਾ ਦੇ ਉੱਤੇ, ਉਸੇ ਹੀ ਥਾਂ ਦੇ ਉੱਤੇ ਇਹਨਾਂ ਨੂੰ ਹਿਲਾਇਆ ਨਾ ਜਾਵੇ, ਉੱਥੇ ਹੀ ਇਹਨਾਂ ਦੀ ਸੰਭਾਲ ਹੋਰ ਜ਼ਿਆਦਾ ਕਰ ਦਿੱਤੀ ਜਾਵੇ। ਅਤੇ ਇਹਦੇ ਨਾਲ ਹੀ ਜਿਹੜਾ ਹੈਗਾ ਦੂਸਰਾ ਜਿਹੜਾ ਪੀੜਾ ਸਾਹਿਬ ਉਹ ਲਾ ਦਿੱਤਾ ਜਾਵੇ, ਇਹਦੇ ਉੱਪਰ ਵੇਟ ਨਾ ਆਵੇ। ਵੇਟ ਨਹੀਂ ਆਏਗਾ ਤਾਂ ਇਹਦੀ ਲਾਈਫ ਜਿਹੜੀ ਆ ਹੋਰ ਜ਼ਿਆਦਾ ਬਚੇਗੀ, ਅਤੇ ਇਸ ਨੂੰ ਹੋਰ ਸੋਨਾ ਵਗੈਰਾ ਲਗਾ ਕੇ ਸੁਧਾਰਿਆ ਜਾਵੇ। ਪਰ ਉਹ ਕਹਿ ਲਓ ਕਿ
ਕੁਝ ਗੱਲਾਂ ਉਹਨਾਂ ਨੂੰ ਮਨਜ਼ੂਰ ਹੈ ਹੀ ਨਹੀਂ। ਉਹ ਕਹਿੰਦੇ ਵੀ ਬਸ ਅਸੀਂ ਤੇ ਕੰਨਾਂ ਵਿੱਚ ਚੜਾਉਣਾ ਹੀ ਲੈਣਾ, ਬਸ ਪੁੱਠਾ ਕੰਮ ਕਰਨਾ ਹੀ ਕਰਨਾ ਹੈਗਾ। ਔਰ ਇਹ ਕੋਈ ਆਮ ਗੱਲ, ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈਗੀ, ਇਹ ਓਪਨ ਹੈ ਉੱਥੋਂ। ਔਰ ਇਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ, ਸ਼ਰਧਾ ਨੂੰ ਠੇਸ ਪਹੁੰਚਦੀ ਹੈਗੀ ਹੈ। ਉਹਨੇ ਆਪਣੀ ਗੋਬਿੰਦ ਸੈਨਾ ਬਣਾਈ ਹੋਈ ਹੈ ਇਕਬਾਲ ਸਿੰਘ ਨੇ। ਹਾਂ, ਉਹ ਆਪਣੀ ਸੈਨਾ ਭੇਜ ਕੇ ਪਹਿਲਾਂ ਜਥੇਦਾਰ ਸਿੰਘ ਉਹਨਾਂ 'ਤੇ 2-3 ਵਾਰੀ ਹਮਲੇ ਕੀਤੇ, ਫਿਰ ਕਈ ਕੁਛ ਉੱਥੇ ਕਰਦਾ ਰਿਹਾ। ਔਰ ਹੁਣ ਵੀ ਉਹਨਾਂ ਨਾਲ ਫੋਰਸ ਲੱਗੀ ਹੈ, ਤੇ ਫੋਰਸ ਲੱਗਣ ਦੇ ਬਾਵਜੂਦ ਵੀ ਉਹ ਆਪਣੀ ਸੈਨਾ ਨਹੀਂ ਹਟਾਉਂਦਾ। ਤੇ ਇਹ ਗੁਰੂ ਘਰ ਜਿਹੜਾ ਕਿਸੇ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ, ਨਾ ਹੀ ਕਿਸੇ ਦੀ ਨਿੱਜੀ ਜਾਇਦਾਦ ਹੈ, ਨਾ ਹੀ ਨਿੱਜੀ ਜਾਇਦਾਦ ਹੋਏਗੀ। ਦੇਖੋ ਅਸੀਂ ਸ਼ਰਧਾਲੂ ਹਾਂ, ਸਾਡਾ ਪਿਆਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਹੈ, ਅਸੀਂ ਤਾਂ ਉਹਦੇ ਦਰ ਦੇ ਭਿਖਾਰੀ ਹਾਂ, ਅਸੀਂ ਜਾਵਾਂਗੇ। ਠੀਕ ਹੈ, ਇਹਨਾਂ ਦਾ ਆਪਸੀ ਤਾਲਮੇਲ ਰਹੇਗਾ, ਚੰਗਾ ਰਹੇਗਾ, ਤੇ ਸਾਰੀ ਸੰਗਤ ਨੂੰ ਵੀ ਵਧੀਆ ਹੈ, ਸਭ ਵਾਸਤੇ ਠੀਕ ਹੈ। ਨਹੀਂ ਹੋਏਗਾ, ਸਿੱਖ ਜਾਣਗੇ, ਆਪਣੇ ਪਿਤਾ ਨੂੰ ਨਤਮਸਤਕ ਹੋਣਗੇ, ਵਾਪਸ ਆ ਜਾ ਕਰਨਗੇ, ਹੋਰ ਕਿਆ ਕਰਨਗੇ। ਇਸੇ ਗੱਲ ਦਾ ਰੌਲਾ ਉੱਥੇ ਬਣਾਇਆ ਗਿਆ ਸੀਗਾ, ਇਸ਼ੂ ਬਣਾਇਆ ਗਿਆ ਵਾ, ਮੁੱਦਾ ਬਣਾਇਆ ਗਿਆ ਸੀ ਕਿ ਪੁਰਾਤਨ ਹੈ ਉਹ ਪੀੜਾ ਸਾਹਿਬ, ਉਸ ਨੂੰ ਹਟਾਇਆ ਜਾ ਰਿਹਾ, ਨਵਾਂ ਉੱਥੇ ਲਿਆ ਕੇ ਰੱਖਿਆ ਜਾ ਰਿਹਾ। ਨਹੀਂ, ਇਹ ਤਾਂ ਐਵੇਂ ਬਣਾਉਣ ਦੀਆਂ ਗੱਲਾਂ, ਸਿਆਸਤ ਕੁਝ ਹੈ ਹੀ ਨਹੀਂ। ਇਹ ਤਾਂ ਐਵੇਂ ਬਣਾਉਣ ਦੀਆਂ ਗੱਲਾਂ ਬਣਾਤੇ ਜੀ, ਉੱਥੇ ਨਵਾਂ ਬਣਾ ਕੇ ਰੱਖਿਆ ਜਾ ਰਿਹਾ। ਜਿਹੜਾ ਪੁਰਾਤਨ ਪੀੜਾ ਸਾਹਿਬ ਹੈ ਉਹਦੇ ਉੱਪਰ ਬਕਾਇਦਾ ਸਾਰੇ ਜਿਹੜੇ ਆ ਨਾ, ਜਿਹੜੇ ਆਪਣੇ ਚੰਦੋਆ ਸਾਹਿਬ ਵਗੈਰਾ ਉੱਪਰ ਲੱਗੇ ਹੁੰਦੇ ਨੇ, ਠੀਕ ਹੈ, ਰੁਮਾਲੇ ਵਗੈਰਾ ਲੱਗੇ ਹੁੰਦੇ ਨੇ, ਉਹ ਪੂਰਾ ਸਾਨੂੰ ਦਿਖਾਈ ਨਹੀਂ ਦਿੰਦਾ, ਬਹੁਤ ਛੋਟਾ ਹੈਗਾ। ਔਰ ਤੁਸੀਂ ਕਦੀ ਵੀ ਪਟਨਾ ਸਾਹਿਬ ਜਾਓਗੇ ਤੁਹਾਨੂੰ ਦਰਸ਼ਨ ਨਹੀਂ ਹੋਣਗੇ ਉਹਦੇ, ਕਦੀ ਵੀ ਨਹੀਂ। ਜਾਂ ਤਾਂ ਸਵੇਰੇ ਅੰਮ੍ਰਿਤ ਵੇਲੇ ਤੁਸੀਂ ਉੱਠੋਗੇ, ਉਸ ਵੇਲੇ ਉੱਠ ਕੇ ਤੇ ਸਾਜਰੇ ਜਾ ਕੇ ਉਹਦੇ ਦਰਸ਼ਨ ਹੋਣਗੇ, ਤੇ ਜਾਂ ਫਿਰ ਕੀ ਹੈਗਾ ਸ਼ਾਮ ਦੇ ਸੁੱਖ ਆਸਣ ਦੇ ਵੇਲੇ ਉਹਦੇ ਦਰਸ਼ਨ ਹੁੰਦੇ ਨੇ। ਉਸ ਤੋਂ ਬਾਅਦ ਜਦੋਂ ਪ੍ਰਕਾਸ਼ ਨਾਲ ਬਹੁਤ ਛੋਟਾ ਪੀੜਾ ਹੈਗਾ, ਸਾਈਡਾਂ ਤੋਂ ਵੀ ਨਹੀਂ ਦੇਖਿਆ ਜਾ ਸਕਦਾ ਹੈਗਾ, ਉਹਨੂੰ ਅਸੀਂ ਹਜ਼ਾਰਾਂ ਅਰਬਾਂ ਜਿਹੜੇ ਹੈਗੇ ਆ ਨਾ ਉਹ ਪੀੜੇ ਤਿਆਰ ਕਰ ਸਕਦੇ ਹਾਂ, ਪਰ ਉਹ ਪੀੜਾ ਸਾਨੂੰ ਦੁਬਾਰਾ ਨਹੀਂ ਮਿਲਣਾ। ਪਰ ਉਹਦੇ ਹਾਲਾਤ ਜਿਹੜੇ ਨੇ ਬਹੁਤ ਬਿਰਧ ਹੈ। ਬਿਰਧ ਹਾਲਾਤ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਹੈਗੇ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਇਹੋ ਜਿਹੀ ਗੱਲ ਸੀਗੀ। ਇਹ ਗੱਲ ਬਣਾ ਦਿੱਤੀ ਗਈ ਸੀਗੀ ਵੀ ਅਸੀਂ ਤਾਂ ਸਿੰਘ ਸਾਹਿਬ ਔਰ ਸਾਰੇ ਕਮੇਟੀ ਚਾਹੁੰਦੇ ਸੀ ਕਿ ਇਸ ਚੀਜ਼ ਨੂੰ ਇਸੇ ਹੀ ਜਗ੍ਹਾ ਦੇ ਉੱਤੇ ਪ੍ਰਜ਼ਰਵ ਕਰਤਾ ਜਾਵੇ, ਮਤਲਬ ਕਿ ਸ਼ੀਸ਼ੇ ਦੇ ਵਿੱਚ ਪੂਰੀ ਤਰ੍ਹਾਂ ਮੜ ਦਿੱਤਾ ਜਾਵੇ। ਜਿਵੇਂ ਆਪਾਂ ਆਮ ਦੇਖਦੇ ਹਾਂ ਜਦੋਂ ਜਿਹੜੀਆਂ ਇਹ ਜਿਹੜੀਆਂ ਵਸਤੂਆਂ ਨੇ ਪੁਰਾਤਨ, ਉਹਨੂੰ ਆਪਾਂ ਡੇਰਾ ਚੋਲਾ ਸਾਹਿਬ ਜਾਂਦੇ ਹਾਂ ਤਾਂ ਉੱਥੇ ਚੋਲਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਜਾਂ ਹੋਰ ਜਗ੍ਹਾ ਦੇ ਉੱਤੇ ਵੀ ਜਿਵੇਂ ਉੱਥੇ ਹੁਣ ਪਾਤਸ਼ਾਹ ਦਾ ਚੋਲਾ ਪਿਆ ਸੀ, ਚੋਲੇ ਨੂੰ ਵੀ ਐਤਕੀ ਬਾਕਸ ਬਣਾ ਕੇ, ਨਵਾਂ ਬਾਕਸ ਬਣਾ ਕੇ ਉਹਦੇ ਵਿੱਚ ਰੱਖਿਆ ਗਿਆ। ਇਸੇ ਤਰ੍ਹਾਂ ਹੀ ਬਾਕੀ ਵਸਤਾਂ ਦੇ ਬਾਕਸ ਬਣਾ ਕੇ ਰੱਖੇ ਗਏ ਆ। ਔਰ ਇਹ ਵੀ ਸੀ ਕਿ ਇਹਦੇ ਵੀ ਬਾਕਸ ਬਣਿਆ ਹੋਇਆ ਸੀਗਾ ਕਿ ਇਹ ਬਾਕਸ ਦੇ ਵਿੱਚ ਲਾ ਕੇ ਤਾਂ ਜੋ ਸੰਗਤ ਸ਼ਰਧਾ ਨਾਲ ਆਪਣੇ ਦਰਸ਼ਨ ਵੀ ਇਸ ਦੇ ਕਰ ਸਕੇ, ਠੀਕ ਹੈ। ਔਰ ਇਹਦੀ ਪ੍ਰਜ਼ਰਵ ਹੋ ਕੇ ਇਹਦੀ ਲਾਈਫ ਜਿਹੜੀ ਹੈਗੀ ਆ ਸਦਾ ਸਾਡੀਆਂ ਜਿਹੜੀਆਂ ਪੀੜ੍ਹੀਆਂ ਆਉਣ ਵਾਲੀਆਂ ਹੈਗੀਆਂ ਉਹ ਦੇਖਦੀਆਂ ਰਹਿਣ। ਔਰ ਇਹਨੂੰ ਇਹ ਨਹੀਂ ਹੈ ਕਿ ਕਿਤੇ ਬਾਹਰ ਕੱਢਿਆ ਜਾਵੇ ਤਾਂ ਕੁਛ ਉਹ ਤਾਂ ਗਰਭ ਗ੍ਰਹਿ ਤੋਂ ਬਾਹਰ ਆ ਹੀ ਨਹੀਂ ਸਕਦਾ ਹੈਗਾ, ਠੀਕ ਹੈ। ਤਾਂ ਉੱਥੇ ਹੀ ਰੱਖਣ ਦੀ, ਪਰ ਕੁਛ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਕੁਝ ਸਵਾਰਥੀ ਲੋਕ ਨੇ ਜਿਹੜੇ ਇਹ ਚੀਜ਼ਾਂ ਕਰਦੇ ਨੇ, ਕਿਉਂ ਬਹੁਤਾ ਬੋਲਣਾ ਨਹੀਂ ਚਾਹੁੰਦੇ, ਪਰ ਇਹ ਬਹੁਤ ਕੁਛ ਉੱਥੇ ਹੋ ਰਿਹਾ ਹੈਗਾ ਜਿਹੜਾ ਨਹੀਂ ਹੋਣਾ ਚਾਹੀਦਾ ਹੈਗਾ। ਡਾਕਟਰ ਸਾਹਿਬ, ਲੱਗਦਾ ਨਹੀਂ ਵੀ ਹੋਰ ਜਿਵੇਂ ਬਾਕੀ ਤਖਤ ਦੇ ਉੱਤੇ ਜਥੇਦਾਰ ਸਾਹਿਬ ਨੇ ਤਾਂ ਇਸ ਮੁੱਦੇ ਨੂੰ ਸੁਲਝਾਉਣ ਦੇ ਵਾਸਤੇ, ਜਿਸ ਤਰੀਕੇ ਦੀ ਸਥਿਤੀ ਤੁਸੀਂ ਦੱਸ ਰਹੇ ਹੋ ਉੱਥੇ ਤਖਤ ਸਾਹਿਬ ਦੇ ਉੱਤੇ ਬਣੀ ਹੋਈ ਹੈ, ਤਾਂ ਇਸ ਮੁੱਦੇ ਨੂੰ ਸੁਲਝਾਉਣ ਦੇ ਲਈ ਉਹਨਾਂ ਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਦੇਖੋ ਸਾਰਿਆਂ ਨੂੰ ਅੱਗੇ ਤਾਂ ਆਉਣਾ ਚਾਹੀਦਾ ਹੀ ਹੈ, ਪਰ ਕੋਈ ਵੀ ਅੱਗੇ ਆਉਣ ਨੂੰ ਤਿਆਰ ਹੀ ਹੈ ਨਹੀਂ। ਦੇਖੋ ਬੜੀ ਸਪਸ਼ਟ ਗੱਲ ਹੈਗੀ ਹੈ, ਸਿੰਘ ਸਾਹਿਬ ਦੇਖੋ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਿਹੜੇ ਉੱਥੋਂ ਦੇ ਪ੍ਰਧਾਨ ਹੈ ਉਹਨੂੰ ਧੱਕੇ ਮਾਰ ਦਿੱਤੇ ਗਏ, ਗੁਰੂ ਪਾਤਸ਼ਾਹ ਦਾ ਨਰਾਦਰ ਹੋਇਆ, ਸਿੰਘ ਸਾਹਿਬ 'ਤੇ ਹਮਲਾ ਕਰ ਦਿੱਤਾ ਗਿਆ, ਠੀਕ ਹੈ। ਗੋਬਿੰਦ ਸੈਨਾ ਆਣ ਕੇ ਜਿਹੜੀ ਸੀ ਇਕਬਾਲ ਸਿੰਘ ਦੀ ਬਣਾਈ ਹੋਈ, ਉਹ ਉਹਦੇ ਉੱਪਰ ਆਣ ਕੇ ਘਰ ਦੇ ਵਿੱਚ ਹਮਲਾ ਕਰ ਦਈਏ। ਤੇ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਤੇ ਸਾਰੇ ਸਭਾਵਾਂ ਦਾ ਫਰਜ਼ ਬਣਦਾ ਸੀਗਾ ਕਿ ਇਸ ਚੀਜ਼ ਦਾ ਮੂੰਹ ਤੋੜ ਜਵਾਬ ਦਿੰਦੇ, ਠੀਕ ਹੈ। ਨਹੀਂ ਆ ਫਿਰ ਫੋਰਸ ਜਿਹੜਾ ਸਰਕਾਰੀ ਕੰਮ ਹੁੰਦਾ ਤੇ ਸਰਕਾਰ ਨੇ ਤੇ ਫਿਰ ਇਹੀ ਹੋ ਸਕਦਾ ਕਿ ਆਪਣੀ ਸੁਰੱਖਿਆ ਵਾਸਤੇ ਫੋਰਸ ਲਾਉਣੀ ਸੀ, ਉਹਨਾਂ ਨੇ ਫੋਰਸ ਲਾਈ ਹੈਗੀ ਹੈ। ਇਹ ਵੀ ਤਾਂ ਵੱਡੀ ਕਿਤੇ ਨਾ ਕਿਤੇ ਬੜੀ ਦੁੱਖ ਵਾਲੀ ਗੱਲ ਹੈ, ਫਿਰ ਫੋਰਸਾਂ ਗੁਰੂ ਘਰਾਂ ਦੇ ਵਿੱਚ ਉਹਨਾਂ ਪਵਿੱਤਰ ਤਖਤਾਂ ਦੇ ਉੱਤੇ ਅੰਦਰ ਜਾ ਰਹੀਆਂ ਨੇ, CISF ਜਿਹੜੀ ਆ ਉਹ ਉਸ ਦੀ ਜਿਹੜਾ ਦਾਖਲ ਹੋਣਾ ਪਿਆ। ਦੇਖੋ ਇਹ ਸਾਡੇ ਲੋਕਾਂ ਨੇ ਹੀ ਸਾਨੂੰ ਇਸ ਪੱਖ ਤੋਰਿਆ, ਮਜਬੂਰ ਕੀਤਾ। ਜੇ ਇਹ ਹਰਕਤਾਂ ਇਹੋ ਜਿਹੀਆਂ ਨਾ ਕਰਨ ਤੇ ਜ਼ਰੂਰਤ ਕਿਉਂ ਪਵੇ। ਦੇਖੋ ਇੱਕ ਤਖਤ ਦੇ ਜਥੇਦਾਰ ਬਹੁਤ ਵੱਡੀ ਗੱਲ ਹੈ, ਸਿੱਖ ਕੌਮ ਵਾਸਤੇ ਇਸ ਵੇਲੇ ਤਖਤ ਤੋਂ ਉੱਪਰ ਕੋਈ ਨਹੀਂ ਹੈ। ਔਰ ਉਸ ਜਥੇਦਾਰ ਦੇ ਉੱਪਰ ਜੇਕਰ ਕੋਈ ਵੀ ਆਂਚ ਆਉਂਦੀ ਹੈਗੀ ਹੈ ਤੇ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ, ਤੇ ਇਸ ਕਰਕੇ ਉਹਨਾਂ ਦੀ ਸੁਰੱਖਿਆ ਵੀ ਬੜੀ ਜ਼ਰੂਰੀ ਹੈ। ਪਰ ਜਦੋਂ ਹਾਲਾਤ ਹੀ ਇਹੋ ਜਿਹੇ ਪੈਦਾ ਇਹਨਾਂ ਲੋਕਾਂ ਨੇ ਕਰ ਦਿੱਤੇ ਕਿ ਕੁਝ ਲੋਕਾਂ ਨੇ ਆਪਣੀ ਨਿੱਜੀ ਜਾਇਦਾਦ ਹੀ ਸਮਝ ਲਈ ਕਿ ਸਾਡੀ ਨਿੱਜੀ ਜਾਇਦਾਦ ਹੈ, ਇਹ ਸਾਡਾ ਹੀ ਹੈ, ਇਹ ਤਖਤ ਹੀ ਰੱਖਣਾ, ਤੇ ਉਹ ਇਸ ਤਰ੍ਹਾਂ ਦੀ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ
ਫਿਰ ਸਿਕਿਉਰਿਟੀ ਸੁਰੱਖਿਆ ਜ਼ਰੂਰੀ ਹੋ ਜਾਂਦੀ ਹੈ, ਕਿਉਂਕਿ ਕੱਲ੍ਹ ਨੂੰ ਕੋਈ ਨੁਕਸਾਨ ਹੋ ਜਾਵੇ ਤਾਂ ਬਹੁਤ ਗੱਲਾਂ ਦੇਖਣੀਆਂ ਪੈਂਦੀਆਂ ਨੇ। ਇਹ ਡਾਕਟਰ ਸਾਹਿਬ ਵਾਪਸ ਮੈਂ ਉੱਤੇ ਆਉਣਾ, ਕਿੱਥੋਂ ਤਿਆਰ ਕਰਵਾਇਆ ਸੀਗਾ ਇਹ ਗੁਰੂ ਮਹਾਰਾਜ ਨੇ? ਜਿਵੇਂ ਵੀ ਸੇਵਾ ਲਈ ਹੈ, ਤੁਸੀਂ ਵਾਰ-ਵਾਰ ਕਹਿੰਦੇ ਹੋ ਵੀ ਮੈਂ ਕੁਝ ਨਹੀਂ ਕੀਤਾ, ਆਪਾਂ ਮੰਨਦੇ ਇਸ ਗੱਲ ਨੂੰ ਵੀ ਸਾਰਾ ਕੁਝ ਉੱਪਰ ਵਾਲਾ ਹੀ ਕਰਦਾ, ਫਿਰ ਸਵਾਸ ਵੀ ਲੈ ਰਹੇ ਹਾਂ ਅਤੇ ਉਹਦੇ ਹੁਕਮ ਤੋਂ ਬਿਨਾਂ ਉਹ ਵੀ ਨਹੀਂ ਲੈ ਰਹੇ, ਤਾਂ ਫਿਰ ਵੀ ਕਿਤੇ ਨਾ ਕਿਤੇੋਂ ਤਿਆਰ ਹੋਇਆ, ਕਿੱਥੋਂ ਤਿਆਰ ਕਰਵਾਇਆ ਸੀ, ਕਿੰਨਾ ਕੁ ਟਾਈਮ ਲੱਗਾ ਫਿਰ ਤਿਆਰ? ਇਹਨਾਂ ਸਾਰਾ ਦਿੱਲੀ ਤੋਂ ਹੀ ਤਿਆਰ ਹੁੰਦਾ ਹੈ। ਕੁਛ ਜਿਹੜਾ ਹਾਰ ਵਗੈਰਾ ਦੇ ਕਲਗੀ ਦੇ ਕੰਮ ਨੇ, ਇਹ ਸਾਰੇ ਦਿੱਲੀ ਤੋਂ ਹੁੰਦੇ ਨੇ, ਔਰ ਜਿਹੜੇ ਪੀੜਾ ਸਾਹਿਬ ਦੇ, ਚੌਰ ਸਾਹਿਬ ਦੇ, ਇਹ ਸਾਰੇ ਨੇ ਇਹ ਅੰਮ੍ਰਿਤਸਰ ਤੋਂ ਹੁੰਦੇ ਨੇ। ਜਿਹੜੇ ਸਾਡੇ ਰੁਮਾਲਾ ਸਾਹਿਬ ਨੇ ਉਹ ਸੋਨੇ ਦੇ ਜਿੱਦਾਂ ਧਾਗਾ ਬਣਾ ਕੇ ਪਹਿਲਾਂ ਸੋਨੇ ਨੂੰ ਧਾਗੇ ਦੇ ਵਿੱਚ ਤਬਦੀਲ ਕਰਨਾ ਹੈ, ਫਿਰ ਉਹ ਧਾਗੇ ਨੂੰ ਜਿਹੜਾ ਹੈਗਾ ਉਹਦੇ ਨਾਲ ਕਢਾਈ ਕਰਨੀ ਹੈ, ਇਹ ਸਾਰਾ ਕੰਮ ਅੰਮ੍ਰਿਤਸਰ ਦੇ ਵਿੱਚ ਹੁੰਦਾ ਹੈਗਾ। ਅਲੱਗ-ਅਲੱਗ ਥਾਵਾਂ 'ਤੇ ਹੁੰਦਾ ਹੈ। ਕਿਸੇ ਵੀ ਜਿਹੜਾ ਸਭ ਤੋਂ ਕਲਗੀ ਦਾ ਮੇਨ ਔਰ ਡਿਜ਼ਾਈਨ ਦਾ ਕੰਮ ਹੈਗਾ ਉਹ ਸਾਰਾ ਦਿੱਲੀ ਦੇ ਵਿੱਚ ਹੈ। ਹਾਂ, ਤਾਂ ਕਿੰਨਾ ਕੁ ਸਮਾਂ ਲੱਗਿਆ ਸੀਗਾ ਤਿਆਰ ਹੋਣ ਨੂੰ? ਕਰੀਬ ਇਹ ਕਹਿ ਲਓ ਵੀ 7-8 ਮਹੀਨੇ ਹਰ ਚੀਜ਼ ਨੂੰ ਲੱਗਦੇ ਹੀ ਹੈਗੇ ਆ। ਲਗਾਤਾਰ ਸੇਵਾਵਾਂ ਚੱਲਦੀਆਂ ਰਹਿੰਦੀਆਂ ਨੇ, ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਰਹਿੰਦੇ ਨੇ, ਤਾਂ ਲਗਾਤਾਰ ਚੱਲੀ ਜਾਂਦੀਆਂ ਨੇ, ਆਪਣੇ ਆਪ ਮਾਲਕ ਕਰੀ ਜਾਂਦਾ ਹੈਗਾ। ਆਪਾਂ ਅਕਸਰ ਇਹ ਗੱਲ ਸੁਣਦੇ ਆ, ਆਪਣੇ ਬਜ਼ੁਰਗਾਂ ਤੋਂ ਸੁਣਦੇ ਆ, ਕਿਸੇ ਧਾਰਮਿਕ ਸ਼ਖਸੀਅਤ ਤੋਂ ਸੁਣਦੇ ਆ ਵੀ ਦਸਵੰਧ ਜਿਹੜਾ ਹੈ ਉਹ ਜ਼ਰੂਰ ਕੱਢਣਾ ਚਾਹੀਦਾ ਆਪਣੇ ਕਿਰਤ ਕਮਾਈ 'ਚੋਂ। ਤੁਹਾਡੇ ਬਾਰੇ ਮੈਂ ਜਿੰਨੀ ਕੁ ਜਾਣਕਾਰੀ ਹਾਸਲ ਕੀਤੀ ਹੈ, ਕਹਿੰਦੇ 50% ਜਿਹੜਾ ਕਮਾਈ ਦਾ ਸੇਵਾ 'ਚ ਲਾਉਂਦੇ ਹੋ। ਨਹੀਂ, ਨਾ ਤੇ ਦਸਵੰਧ ਹੈ ਅਤੇ ਨਾ ਕੋਈ 50%। ਮੈਨੂੰ ਕੇਵਲ ਆਪਣਾ ਜੀਵਨ ਜਿਊਣ ਵਾਸਤੇ 20-22 ਹਜ਼ਾਰ ਰੁਪਇਆ ਮਹੀਨੇ ਦਾ ਚਾਹੀਦਾ, ਇਸ ਤੋਂ ਜ਼ਿਆਦਾ ਚਾਹੀਦਾ ਨਹੀਂ ਹੈ। ਔਰ ਪੂਰਾ ਹੌਸਪੀਟਲ ਜਿਹੜਾ ਪੇਸ਼ੈਂਟਾਂ ਨਾਲ ਭਰਿਆ ਹੋਇਆ, ਕੋਈ ਕਮੀ ਨਹੀਂ ਹੈਗੀ। ਇਹ ਸਾਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਖੇਡ ਆ। ਪੈਸਾ ਕੀ ਕਰਨਾ? ਆਹ ਛੋਟੀ ਜਿਹੀ ਮੇਰੀ ਕੁੱਲੀ ਹੈ, ਇਹਦੇ ਵਿੱਚ ਮੈਂ ਰਹਿਣਾ ਪਿਆ, 10 ਬਾਈ 10 ਦਾ ਕਮਰਾ ਹੈ। ਪੈਸਾ ਕੀ ਕਰਨਾ ਹੈ? ਜਿੰਨਾ ਵੀ ਪੈਸਾ ਆਉਂਦਾ ਹੈ ਉਹ ਸਾਰੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਖਾਤੇ ਵਿੱਚ ਜਾਂਦਾ ਹੈ, ਜਿੰਨਾ ਵੀ ਆ ਜੇ, ਔਰ ਸਾਰਾ ਹੀ ਪਾਤਸ਼ਾਹ ਦੇ ਵਾਸਤੇ ਹੀ ਲੱਗਣਾ ਹੈਗਾ। ਨਾ ਮੇਰੀ ਕੋਈ ਆਪਣੀ ਨਿੱਜੀ ਜਾਇਦਾਦ ਹੈ, ਨਾ ਮੈਂ ਕੋਈ ਨਿੱਜੀ ਜਾਇਦਾਦ ਬਣਾ ਰਿਹਾ, ਅਤੇ ਨਾ ਹੀ ਕੋਈ ਨਿੱਜੀ ਜਾਇਦਾਦ ਮੇਰੀ ਹੈ। ਜੋ ਮੇਰੀ ਪੁਸ਼ਤੈਨੀ ਜਾਇਦਾਦ ਵੀ ਸੀ ਉਹ ਵੀ ਗੁਰੂ ਅੰਗਦ ਦੇ ਪਾਤਸ਼ਾਹ ਦੇ ਨਾਂ ਦੇ ਉੱਤੇ ਕਰ ਦਿੱਤੀ। ਜੋ ਵੀ ਬਾਕੀ ਜਾਇਦਾਦ ਸੀ ਮੇਰੇ ਕੋਲ, ਤਾਂ ਇੱਕ ਕਹਿ ਸਕਦੇ ਹਾਂ ਆਪਾਂ ਕਿ 10 ਮਰਲੇ ਵੀ ਜਗ੍ਹਾ ਨਹੀਂ ਹੈਗੀ। ਟੋਟਲੀ ਜਿਹੜੀ ਵੀ ਪ੍ਰੋਪਰਟੀ ਹੈਗੀ ਸੀ, ਪੁਸ਼ਤੈਨੀ ਵੀ ਸੀਗੀ, ਸਾਡੇ ਵੱਡਿਆਂ ਦੀ ਸੀ, ਉਹ ਵੀ ਗੁਰੂ ਪਾਤਸ਼ਾਹ ਦੇ ਨਾਂ 'ਤੇ ਕਰ ਦਿੱਤੀ ਹੈ। ਅਤੇ ਸਿਰਫ ਇੱਕ ਜੀਣ ਦਾ ਮਤਲਬ ਆਨੰਦ ਹੀ ਬੜਾ ਹੈ, ਆਨੰਦ ਹੀ ਵੱਖਰਾ ਹੈ ਇਸ ਚੀਜ਼ ਦੇ ਵਿੱਚ ਕਿ ਠੀਕ ਹੈ, ਜੋ ਆਨੰਦ ਆ ਰਿਹਾ ਹੈਗਾ। ਪਰਿਵਾਰ ਬੱਚੇ ਨਹੀਂ ਫਿਰ ਇਸ ਗੱਲ ਦੇ ਉੱਤੇ ਇਤਰਾਜ਼ ਕਰਦੇ ਵੀ ਸਾਰਾ ਕੁਝ ਇੰਨੀ ਮਿਹਨਤ ਨਾਲ ਬਣਾਇਆ ਵੀ ਹੈ ਅਤੇ ਅੱਜ ਆਪਣੇ ਨਾਂ ਕੁਝ ਨਹੀਂ ਰੱਖ ਰਹੇ ਔਰ ਸਾਰਾ ਕੁਝ ਦਾਨ ਕਰੀ ਜਾ ਰਹੇ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੁੰਦੀ, ਇਸ ਤਰ੍ਹਾਂ ਦੀ ਕੋਈ ਨਹੀਂ ਚੀਜ਼ ਹੁੰਦੀ। ਬੱਚੇ ਸਹਿਮਤ ਨੇ ਹਮੇਸ਼ਾ ਹੀ ਨਾਲ। ਬੱਚੇ ਆਪੋ ਆਪਣੇ ਥਾਂ 'ਤੇ ਸੈਟਲ ਨੇ। ਜਿਹੜਾ ਬੇਟਾ ਹੈਗਾ ਇੱਕ ਮੇਰੇ ਨਾਲ ਰਹਿੰਦਾ, ਉਹਦੇ ਆਪਣੇ ਵਿਚਾਰ ਹੀ ਇਹੋ ਜਿਹੇ ਹੈਗੇ ਨੇ। ਠੀਕ ਆ, ਹਮੇਸ਼ਾ ਜਦੋਂ ਵੀ ਜਾਂਦੇ ਆ ਨਾਲ ਜਾਣਾ ਕਰਨਾ, ਉਹ ਖੁਦ ਇਸ ਚੀਜ਼ ਨੂੰ ਜ਼ਿਆਦਾ ਚਾਹੁੰਦੇ ਹੈਗੇ ਨੇ। ਠੀਕ ਹੈ, ਦੇਖੋ ਜਿਹੜਾ ਆਨੰਦ ਹੈ ਨਾ, ਬੰਦੇ ਕੋਲ ਪੈਸੇ ਨਾਲ ਸੁੱਖ ਲੈ ਸਕਦਾ ਹੈਗਾ, ਪੈਸੇ ਨਾਲ ਬਹੁਤ ਚੀਜ਼ਾਂ ਪ੍ਰਾਪਤ ਕਰ ਸਕਦਾ, ਪਰ ਜਿਹੜਾ ਆਨੰਦ ਹੈ ਨਾ, ਉਹ ਪੈਸੇ ਨਾਲ ਨਹੀਂ ਆਇਆ ਸਕਦਾ ਹੈਗਾ। ਇਸ ਕਾਰਨ ਕਰਕੇ ਜਿਹੜਾ ਹੈਗਾ ਨਾ, ਉਹ ਜਿਹੜਾ ਆਨੰਦ ਪਾਤਸ਼ਾਹ ਦੇ ਘਰ ਜਾਣ 'ਤੇ ਉੱਥੇ ਆਉਣ 'ਤੇ ਆਉਂਦਾ, ਉਹ ਉਹੀ ਆ। ਹੁਣ ਪਾਤਸ਼ਾਹ ਦੀ ਬਖਸ਼ਿਸ਼ ਹੋਈ, ਉੱਥੋਂ 2 ਘੋੜੇ ਹਜ਼ੂਰ ਸਾਹਿਬ ਤੋਂ ਮਿਲੇ ਪਾਤਸ਼ਾਹ ਦੀ ਸੰਭਾਲ ਵਾਸਤੇ। ਤਾਂ ਹੁਣ ਬੇਟਾ ਹੀ ਹੈਗਾ ਵਾ ਕਿ ਜਦ ਕਿ 4 ਆਦਮੀ ਵੀ ਰੱਖੇ ਹੋਏ ਨੇ ਉਹਨਾਂ ਨੂੰ ਸੰਭਾਲਣ ਵਾਸਤੇ, ਸੇਵਾ ਕਰਨ ਵਾਸਤੇ। ਠੀਕ ਹੈ, ਇੱਕ ਟ੍ਰੇਨਰ ਰੱਖਿਆ ਹੋਇਆ ਵਾ, ਉਹਨੂੰ ਟ੍ਰੇਨ ਦਿੰਦਾ ਹੈ ਕਿ ਕਿਵੇਂ, ਕਿਉਂਕਿ ਪਾਤਸ਼ਾਹ ਦੇ ਘੋੜੇ ਨੇ, ਕਿ ਕਿਸ ਤਰ੍ਹਾਂ ਉਹਨਾਂ ਨੇ ਮੱਥਾ ਟੇਕਣਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਕਿਵੇਂ ਟੇਕਣਾ ਹੈ, 5 ਪਿਆਰਿਆਂ ਨੂੰ ਮੱਥਾ ਕਿਵੇਂ ਟੇਕਣਾ ਹੈਗਾ, ਕਿਸ ਤਰ੍ਹਾਂ, ਉਹ ਸਾਰਾ ਕੁਝ ਉਹਨੂੰ ਟ੍ਰੇਨ ਕਰੇ। ਪਰ ਸਭ ਤੋਂ ਜ਼ਿਆਦਾ ਉਹ ਬੇਟਾ ਜਿਹੜਾ ਸਾਰਾ ਦਿਨ ਉਹ ਘੋੜਿਆਂ ਦੀ ਸੇਵਾ 'ਤੇ ਲੱਗਾ ਰਹਿੰਦਾ। ਅਤੇ ਹੁਣ ਆਪਾਂ ਇਸ ਗੱਲ ਨੂੰ ਨਹੀਂ ਇਸ ਨਾਲ ਜੋੜ ਸਕਦੇ ਕਿ ਕੋਈ ਇਤਰਾਜ਼ ਕਰਨਗੇ। ਬੜੇ ਸਾਰੇ ਲੋਕ ਹੁਣ ਵੀ ਇਹ ਦੇਖ ਵੀ ਰਹੇ ਨੇ ਹੋਣਗੇ ਵੀਡੀਓ, ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰ ਰਹੇ ਹੋਣਗੇ। ਹਾਲਾਂਕਿ ਆਪਾਂ ਨੂੰ ਕਿਸੇ ਦੇ ਸਵਾਲਾਂ ਦੇ ਨਾਲ ਕੀ ਮਤਲਬ, ਜੋ ਜ਼ਿੰਦਗੀ ਦੇ ਵਿੱਚ ਜੋ ਮਹਾਰਾਜ ਨੇ ਕਰਵਾਉਣਾ ਬੰਦਾ ਉਹੀ ਕਰਦਾ ਇਨਸਾਨ, ਹੈ ਨਾ। ਬਹੁਤ ਸਾਰੇ ਸਵਾਲ ਕਰ ਰਹੇ ਹੋਣਗੇ ਵੀ ਡਾਕਟਰ ਸਾਹਿਬ ਕਿਸੇ ਗਰੀਬ ਨੂੰ ਪੜ੍ਹਾ ਦਿੰਦੇ, ਕਿਸੇ ਗਰੀਬ ਦਾ ਘਰ ਬਣਾ ਦਿੰਦੇ, ਤਾਂ ਮੈਂ ਚਾਹੂੰਗਾ ਇਹਨਾਂ ਸਵਾਲਾਂ ਦੇ ਜਵਾਬ ਵੀ ਦਿਓ ਅੱਜ। ਨਹੀਂ, ਦੇਖੋ ਇਹਦਾ ਮਾਲਕ ਜਾਣੇ ਉਹਨੇ ਕੀ ਕਰਨਾ ਹੈ। ਜਿਹੜੀਆਂ ਪੜ੍ਹਾਈਆਂ ਦੇ ਕੰਮ ਹੁੰਦੇ ਨੇ, ਇਹ ਤਾਂ ਸਰਕਾਰਾਂ ਦੇ ਕੰਮ ਨੇ। ਸਿੱਖ ਦਾ ਤਾਂ ਕੰਮ ਗੁਰੂ ਤੱਕ ਹੈ। ਠੀਕ ਹੈ, ਜੇ ਫਿਰ ਵੀ ਕੋਈ ਅਸੀਂ ਸਮਝਦੇ ਇਸ ਚੀਜ਼ ਨੂੰ, ਅਤੇ ਆਲਰੇਡੀ ਨਿਸ਼ਾਨੇ ਸਿੱਖ ਖਾਲਸਾ ਬਣ ਰਿਹਾ ਹੈਗਾ ਵਾ, ਉਹਦੇ ਵਿੱਚ ਨਿਸ਼ਾਨਾ ਹੀ ਇੱਕ ਹੈਗਾ ਵਾ ਕਿ ਜਿਹੜੇ ਬੱਚੇ ਆ ਗੁਰਸਿੱਖ ਬਣਨਗੇ, ਔਰ ਉਹਨਾਂ ਦੀ ਵਿੱਦਿਆ ਜਿਹੜੀ ਹੈਗੀ ਆ ਜਿੰਨੀ ਮੈਂ ਟੋਟਲੀ ਫ੍ਰੀ ਹੋਏਗੀ।
ਔਰ ਉਹਨਾਂ ਦੇ ਕੋਲ ਕੋਈ ਫੀਸ ਤੱਕ ਨਹੀਂ ਲਈ ਜਾਊਗੀ। ਆਲਰੇਡੀ ਕੰਸਟਰਕਸ਼ਨ ਚੱਲਣ ਡਈ ਹੈਗੀ ਆ ਔਰ ਇੱਥੋਂ ਤੱਕ ਉਹਦੇ 'ਚ ਫੀਸ ਹੀ ਕੋਈ ਨਹੀਂ ਰੱਖੀ ਗਈ ਹੈਗੀ। ਔਰ ਅਸੀਂ ਚਾਹੁੰਦੇ ਹਾਂ ਕਿ ਕਿਸ ਤਰ੍ਹਾਂ ਸਿੱਖਾਂ ਦੇ ਬੱਚੇ IPS ਬਣ ਸਕਣ, IAS ਅਫਸਰ ਬਣ ਸਕਣ, ਵੱਧ ਤੋਂ ਵੱਧ ਉੱਚ ਅਹੁਦਿਆਂ 'ਤੇ ਜਾ ਸਕਣ। ਇਸ ਵਾਸਤੇ ਕੋਸ਼ਿਸ਼ ਵਿੱਚ ਲੱਗੇ ਹੀ ਹੋਏ ਹੈਗੇ। ਗੱਲਬਾਤ ਕਰਨ ਲਈ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਔਰ ਪਰਮਾਤਮਾ ਦੇ ਅੱਗੇ ਹੀ ਅਰਦਾਸ ਕਿ ਹਰ ਇਨਸਾਨ ਨੂੰ ਇੱਕ ਚੰਗਾ ਮਾਰਗ ਦਿਖਾਉਂਦਾ ਰਹੇ ਔਰ ਉਹ ਸਮਾਜ ਦੇ ਲਈ, ਆਪਣੇ ਧਰਮ ਦੇ ਲਈ, ਹਾਲਾਂਕਿ ਧਰਮਾਂ ਦੀ ਵੰਡ ਸਿਰਫ ਲੀਡਰਾਂ ਦੇ ਵੱਲੋਂ ਬਣਾਈ ਗਈ ਹੈ। ਸਾਰੇ ਧਰਮ ਬਰਾਬਰ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ ਸਾਰੇ ਭਰਾ ਨੇ, ਸਾਰੇ ਆਪਸ ਦੇ ਵਿੱਚ ਭਾਈਚਾਰਕ ਸਾਂਝਦੇ ਰਹਿਣ। ਤਾਂ ਇਹ ਡਾਕਟਰ ਗੁਰਵਿੰਦਰ ਸਿੰਘ ਜੀ ਸਮਰਾ ਜੀ ਸੀਗੇ, ਜਿਨ੍ਹਾਂ ਦੇ ਵੱਲੋਂ ਵਿਸਥਾਰ ਦੇ ਵਿੱਚ ਉਸ ਸੇਵਾ ਦੇ ਬਾਰੇ ਨਾ ਸਿਰਫ ਜਾਣਕਾਰੀ ਦਿੱਤੀ ਗਈ, ਬਲਕਿ ਤਖ਼ਤ ਸ੍ਰੀ ਪਟਨਾ ਸਾਹਿਬ ਤੇ ਉਸ ਸੇਵਾ ਨੂੰ ਲੈ ਕੇ ਹੋਏ ਵਿਵਾਦ ਦੇ ਉੱਤੇ ਵੀ ਜਿਹੜਾ ਹੈ ਉਸ ਦਾ ਇੱਕ ਪੱਖ ਜਿਹੜਾ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਫਿਲਹਾਲ ਕੈਮਰਾਮੈਨ ਰੇਸ਼ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਕਰਤਾਰ।